सोनाली फोगाट ਨੂੰ ਜ਼ਬਰਨ ਦਿੱਤੀ ਗਈ ਸੀ ਡਰੱਗ। ਗੋਆ ਪੁਲਿਸ ਦੇ ਆਈਜੀ ਦਾ ਵੱਡਾ ਖੁਲਾਸਾ। ਕਿਹਾ ਪੀਏ ਸੁਧੀਰ ਸਾਂਗਵਾਨ ਤੇ ਉਸਦੇ ਦੋਸਤ ਹਰਜਿੰਦਰ ਨੂੰ ਕੀਤਾ ਗਿਆ ਗ੍ਰਿਫਤਾਰ। ਮੁਸਲਾ ਕਤਲकांड ਦੇ ਵਿੱਚ ਥੋੜੀ ਦੇਰ ਦੇ ਵਿੱਚ ਚਾਰਜਸ਼ੀਟ ਦਾਖਲ ਕਰੇਗੀ ਪੁਲਿਸ। 24 ਮੁਲਜ਼ਮਾਂ ਦੇ ਖਿਲਾਫ ਚਲਾਨ ਕੀਤਾ ਜਾਵੇਗਾ ਪੇਸ਼। ਸੂਤਰਾਂ ਮੁਤਾਬਿਕ ਵਿਦੇਸ਼ ਦੇ ਵਿੱਚ ਬੈਠੇ 4 ਗੈਂਗਸਟਰਾਂ ਦੇ ਨਾਮ ਵੀ ਸ਼ਾਮਿਲ। ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਵਾਨਪੁਰੀਆ ਦੀ ਸੁਰੱਖਿਆ ਦੇ ਵਿੱਚ ਇਜ਼ਾਫਾ। ਬੰਬੀਆ ਗਰੁੱਪ ਦੀ ਧਮਕੀ ਤੋਂ ਬਾਅਦ ਪੁਲਿਸ ਨੇ ਵਧਾਈ ਸਿਕਿਉਰਿਟੀ। ਖਰੜ ਸੀਆਈਏ ਸਟਾਫ ਬਾਹਰ ਕਮਾਂਡੋ ਵੀ ਤਾਇਨਾਤ। ਗੈਂਗਸਟਰ ਦਵਿੰਦਰ ਬੰਬੀਆ ਗਰੁੱਪ ਦੀ ਮੁੜ ਧਮਕੀ। ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ, ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸੁਖਪ੍ਰੀਤ ਬੁੱਢਾ ਨੂੰ ਕੀਤਾ ਜਾ ਰਿਹਾ ਪਰੇਸ਼ਾਨ। ਹੁਣ ਧਮਕੀ ਨਹੀਂ, ਸਿੱਧਾ ਕਰਾਂਗੇ ਕੰਮ ਤਮਾਮ। ਆਮ ਆਦਮੀ ਪਾਰਟੀ ਦਾ ਅਕਾਲੀ ਦਲ ਤੇ ਵੱਡਾ ਹਮਲਾ। ਮੰਤਰੀ ਧਾਲੀਵਾਲ ਬੋਲੇ, ਬੇਅਦਬੀ ਤੇ ਗੋਲੀकांड ਦੇ ਲਈ ਤਤਕਾਲੀ ਅਕਾਲੀ ਸਰਕਾਰ ਜ਼ਿੰਮੇਵਾਰ। ਪੁੱਛਿਆ, ਸ਼ਾਂਤਮਈ ਧਰਨੇ ਤੇ ਬੈਠੇ ਲੋਕਾਂ ਤੇ ਕਿਸ ਦੇ ਹੁਕਮ ਦੇ ਨਾਲ ਚੱਲੀਆਂ ਸਨ ਗੋਲੀਆਂ। ਗੁਲਾਮ ਨਬੀ ਆਜ਼ਾਦ ਨੇ ਛੱਡੀ ਕਾਂਗਰਸ। 5 ਪੇਜਾਂ ਦੇ ਅਸਤੀਫੇ ਦੇ ਵਿੱਚ ਰਾਹੁਲ ਗਾਂਧੀ ਤੇ ਕੀਤਾ ਵੱਡਾ ਹਮਲਾ। ਕਿਹਾ, ਗੈਰ ਤਜਰਬੇਕਾਰ ਲੋਕਾਂ ਦੇ ਨਾਲ ਘਿਰੇ ਨੇ ਰਾਹੁਲ। ਸੀਨੀਅਰ ਆਗੂਆਂ ਨੂੰ ਕੀਤਾ ਗਿਆ ਸਾਈਡਲਾਈਨ। ਪੰਜਾਬ ਸਰਕਾਰ ਨੇ ਦੁੱਧ ਉਤਪਾਦਕਾਂ ਦੀਆਂ ਮੰਗਾਂ ਮੰਨੀਆਂ। ਮੁੱਖ ਮੰਤਰੀ ਅਤੇ ਕਿਸਾਨਾਂ ਦੇ ਵਿਚਾਲੇ ਹੋਈ ਮੀਟਿੰਗ ਦੇ ਵਿੱਚ ਬਣੀ ਸਹਿਮਤੀ 15 ਸਤੰਬਰ ਤੱਕ ਹੋਵੇਗੀ ਅਦਾਇਗੀ। ਲੁਧਿਆਣਾ ਦੇ ਵਿੱਚ ਪਹਿਲਾ ਪਲਾਂਟ ਸਥਾਪਿਤ ਕਰੇਗਾ ਟਾਟਾ ਸਟੀਲ ਗਰੁੱਪ। ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਸਹਿਯੋਗ ਦਾ ਦਿੱਤਾ ਭਰੋਸਾ। ਬੋਲੇ, ਸੂਬੇ ਦੇ ਵਿੱਚ ਉਦਯੋਗਿਕ ਵਿਕਾਸ ਨੂੰ ਮਿਲੇਗਾ ਹੁਲਾਰਾ। ਅੰਬਾਲਾ 'ਚ ਇੱਕ ਪਰਿਵਾਰ ਦੇ 6 ਜੀਆਂ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ। ਪੁਲਿਸ ਨੂੰ ਘਰ ਤੋਂ ਸੁਸਾਈਡ ਨੋਟ ਵੀ ਬਰਾਮਦ। ਸ਼ਖਸ ਤੇ ਮਾਪਿਆਂ ਤੇ ਬੱਚਿਆਂ ਨੂੰ ਜ਼ਹਿਰੀਲੀ ਚੀਜ਼ ਖਵਾ ਕੇ ਬਾਅਦ ਦੇ ਵਿੱਚ ਖੁਦਕੁਸ਼ੀ ਕਰਨ ਦਾ ਸ਼ੱਕ। सत श्री अकाल, ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ। ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸੋਨਾਲੀ ਫੋਗਾਟ ਨੂੰ ਜ਼ਬਰਨ ਡਰੱਗ ਦਿੱਤਾ ਗਿਆ ਸੀਗਾ। ਸੋਨਾਲੀ ਨੂੰ ਕੁਝ ਪਿਲਾਇਆ ਗਿਆ ਸੀਗਾ। ਆਈਜੀ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ। ਗੋਆ ਪੁਲਿਸ ਦੇ ਆਈਜੀ ਓਮਵੀਰ ਬਿਸ਼ਨੋਈ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ। ਪੁਲਿਸ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਨੇ ਇਹ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ 2 ਮੁਲਜ਼ਮਾਂ ਨੂੰ ਦਰਅਸਲ ਗ੍ਰਿਫਤਾਰ ਕੀਤਾ ਸੀਗਾ। ਪੀਏ ਸੁਧੀਰ ਸਾਂਗਵਾਨ ਤੇ ਸੁਖਿੰਦਰ ਸਾਂਗਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁੱਛਗਿੱਛ ਦੇ ਦੌਰਾਨ ਇਹ ਵੱਡਾ ਖੁਲਾਸਾ ਹੋਇਆ। ਆਈਜੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। ਟੈਕਸੀ ਡਰਾਈਵਰ ਤੋਂ ਵੀ ਸਵਾਲ ਜਵਾਬ ਹੋਣਗੇ। ਟੈਕਸੀ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਪਾਰਟੀ ਦੀ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਾਰਟੀ ਦੀ ਜਿਹੜੀ ਪਿਛਲੇ ਦਿਨੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸੋਨਾਲੀ ਫੋਗਾਟ ਤੇ ਦੋਵੇਂ ਮੁਲਜ਼ਮ ਜਿਹੜੇ ਸਾਫ਼ ਤੌਰ ਤੇ ਨਾਲ ਨਜ਼ਰ ਆ ਰਹੇ ਨੇ, ਉਸ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਆਈਜੀ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਹੈ। ਸੋ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ, ਕਿਉਂਕਿ ਸੋਨਾਲੀ ਦੇ ਭਰਾ ਦੇ ਵੱਲੋਂ, ਪਰਿਵਾਰ ਦੇ ਵੱਲੋਂ ਸਿੱਧੇ ਤੌਰ ਤੇ ਗੰਭੀਰ ਇਲਜ਼ਾਮ ਪੀਏ ਤੇ ਲਗਾਏ ਜਾ ਰਹੇ ਸਨ। ਉਸ ਤੋਂ ਇਲਾਵਾ ਸੁਖਿੰਦਰ ਸਾਂਗਵਾਨ ਤੇ ਲਗਾਏ ਜਾ ਰਹੇ ਸਨ। ਤਾਂ ਹੁਣ ਇਸੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸੋਨਾਲੀ ਫੋਗਾਟ ਨੂੰ ਜ਼ਬਰਨ ਡਰੱਗ ਦਿੱਤਾ ਗਿਆ ਸੀਗਾ। ਆਈਜੀ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਕਿ ਸੋਨਾਲੀ ਨੂੰ ਕੁਝ ਪਿਆਇਆ ਗਿਆ ਸੀਗਾ। ਗੋਆ ਪੁਲਿਸ ਦੇ ਆਈਜੀ ਓਮਵੀਰ ਬਿਸ਼ਨੋਈ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ। ਪੁਲਿਸ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਨੇ ਦਰਅਸਲ ਇਹ ਵੱਡਾ ਖੁਲਾਸਾ ਕੀਤਾ, ਕਿਉਂਕਿ 2 ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਸੀ, ਪੀਏ ਸੁਧੀਰ ਸਾਂਗਵਾਨ ਤੇ ਸੁਖਿੰਦਰ ਸਾਂਗਵਾਨ, ਤੇ ਇਹਨਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਲਗਾਤਾਰ ਇਸੇ ਪੁੱਛਗਿੱਛ ਦੇ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਕਿ ਸੋਨਾਲੀ ਨੂੰ ਕੁਝ ਪਿਆਇਆ ਗਿਆ ਸੀਗਾ। ਉੱਥੇ ਆਈਜੀ ਦਾ ਕਹਿਣਾ ਹੈ ਕਿ ਟੈਕਸੀ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਤੇ ਪਾਰਟੀ ਦੀ ਜਿਹੜੀ ਵੀਡੀਓ ਸਾਹਮਣੇ ਆਈ ਹੈ, ਉਸ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅੰਕਿਤ ਦੁਦਾਨੀ ਜੁੜੇ ਹੋਏ ਨੇ। ਅੰਕਿਤ, ਵੱਡਾ ਖੁਲਾਸਾ ਹੈ ਸੋਨਾਲੀ ਦੀ ਮੌਤ ਦੇ ਮਾਮਲੇ ਦੇ ਵਿੱਚ। ਇੱਕ ਪੁਆਇੰਟ ਤੋਂ ਜਾਣਨਾ ਚਾਹਾਂਗੇ ਕਿ ਆਈਜੀ ਦੇ ਵੱਲੋਂ ਕਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ, ਕਿਸ ਪਾਸੇ ਇਹ ਪੂਰਾ ਕਨੈਕਸ਼ਨ ਜੁੜ ਰਿਹਾ है? सुरेंद्र, जिस तरह से लगातार खुलासे हो रहे हैं, पहले खुलासा हुआ कि मारे गए के निशान मिले थे, मल्टीपल निशान मिले थे। अब जो खुलासा किया है गोवा के जो आईजी हैं ओमवीर सिंह बिश्नोई, उन्होंने करके और ये खुलासा किया है कि जो तथ्य मिले हैं, जो सबूत मिले हैं और सीसीटीवी के आधार पर जो देखा गया है कि सुखविंदर और जो सांगवान है और जो सुधीर सांगवान है और सुखविंदर दोनों पार्टी कर रहे थे क्लब के अंदर, और उनमें यही दिखाया गया है कि जबरदस्ती वो ड्रग्स पिला रहे हैं सोनाली फोगाट को।
वो भी उसमें साफ तौर पर दिखाया गया है। और लिक्विड पिलाया जा रहा है और उसमें कोई केमिकल मिलाकर पिलाया गया है। तो ये दावे जो ओमवीर सिंह बिश्नोई हैं उनके द्वारा किए गए हैं। और साथ ही साथ ये भी कहा गया है कि सिंथेटिक ड्रग्स थी, अभी नाम उसका कोई पता नहीं है कि कौन सी सिंथेटिक ड्रग्स थी, लेकिन साफ तौर पर देखा जाता है। और बाद में वो संभालने की कोशिश भी करते हैं। जब ड्रग्स की कहीं ना कहीं ओवरडोज हो जाती है तो वो फिर बाथरूम में लेकर के जाते हैं और 2 घंटे तक बाथरूम में रहते हैं। तो 2 घंटे तक बाथरूम में रह करके अंदाजा यही लगाया जा सकता है कि 2 घंटे बाथरूम में तो वो नशे की जो नशा हुआ है उसको कहीं ना कहीं उतारने की कोशिश की गई थी, लेकिन 2 घंटे तक बाथरूम में लेकर के गया सुधीर सांगवान। और इसीलिए अब एफएसएल की टीम जो है वो भी आरोपियों को साथ लेकर के जाके और तफ्तीश करेगी और 24 घंटे के अंदर कोर्ट में भी पेश किया जाएगा, क्योंकि अभी तक गिरफ्तारी नहीं दिखाई गई थी। अब गिरफ्तारी दिखाई गई है कि उन किया गया है। तो कहीं ना कहीं जो परिजन लगा रहे थे और जो शक जता रहे थे वो शक कहीं ना कहीं सही निकला है कि कहीं हार्ट अटैक से मौत नहीं हुई है। पहले ड्रग्स पिलाया गया, ड्रग्स की ओवरडोज हुई, ओवरडोज होने के बाद बाथरूम में ले जाया गया और नशा उतारने की कोशिश की गई, लेकिन हालत बिगड़ती चली गई। और चोट के निशान कैसे आए हैं वो एक अपने आप में जानने का विषय है कि चोट के निशान कैसे आए, क्या कोई हाथापाई हुई है, बाथरूम में हाथापाई हुई, या फिर बाद में जब रिजॉर्ट में आ गए तो कोई हाथापाई हुई है। तो ये सारे सवाल हैं और इसी सवालों के कारण ही जो परिजन हैं, परिवार के लोग हैं, भाई हैं या बहन है या जीजा हैं, वो सब लोग कह रहे हैं कि सीबीआई जांच करवाई जानी चाहिए जिससे कि सच सामने आ सके। जी अंकित, गल की जाए ना 2 मुलजमान तो इलावा ਤਾਂ ਕੀ ਕਿਸੇ ਹੋਰ ਪਾਸੇ ਵੀ ਕੋਈ ਕਨੈਕਸ਼ਨ, ਕੋਈ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ ਨੇ, ਕਿਸੇ ਹੋਰ ਨੂੰ ਵੀ ਕੋਈ ਨਾਮਜ਼ਦ ਕੀਤਾ ਜਾ ਸਕਦਾ ਹੈ ਜਾਂ ਜੋ ਪੁੱਛਗਿੱਛ ਹੋਈ ਹੈ ਉਸ ਦੇ ਵਿੱਚ ਕਿਸੇ ਹੋਰ ਦਾ ਕੋਈ ਜ਼ਿਕਰ ਹੋਵੇ? बिल्कुल, अभी तक तो कोई और नाम सामने नहीं आया है। 2 ही नाम सामने आए हैं, सुधीर सांगवान और सुखविंदर। लेकिन पूछताछ जिस तरह से जारी है और अभी जैसे 24 घंटे के अंदर कोर्ट में पेश करेंगे और कोर्ट में पेश करने के बाद जरूर पुलिस रिमांड के लिए कहेगी और रिमांड जब मिलता है तो उसमें क्या खुलासे होते हैं वो अभी देखना होगा। क्योंकि लगातार जिस तरह से 2 ही लोगों का इन्वॉल्वमेंट सामने आ रहा है, लेकिन जो घर वाले हैं या जो भाई हैं, परिजन हैं, वो लगातार यही कह रहे हैं कि इसमें और भी लोग शामिल हो सकते हैं, ये एक साजिश के तहत हुआ है। तो इसके लिए वो सीबीआई जांच की मांग कर रहे हैं या उच्च स्तरीय जांच की मांग कर रहे हैं। अब वो जांच क्या हरियाणा सरकार कार्रवाई करती है, सिफारिश करती है क्या उसकी, या फिर गोवा सरकार सिफारिश करती है कि वो अभी देखना होगा। प्राथमिकी तौर पर यही सामने आया कि दोनों लोग इन्वॉल्व दिख रहे हैं, वो सुधीर सांगवान है और सुखविंदर है। ठीक है अंकित, फिलहाल पूरी जानकारी थोड़ा बहुत धन्यवाद। साढ़े सहयोगी हिसार तो तरिंदर चौधरी भी जुड़े हुए हैं। तरिंदर, जानना चाहेंगे क्योंकि आईजी की तरफ से, गोवा के आईजी की तरफ से बड़ा खुलासा किया गया, अब परिवार की तरफ से क्या कुछ कहना है, परिवार का क्या कहना है, क्या मांग है? देखिए, परिवार का यही कहना है कि वो शुरू से ये आशंका जाहिर कर रहे थे कि ये कोई हादसा नहीं है बल्कि एक प्री प्लान्ड मर्डर है। और जिस तरह से आज गोवा पुलिस ने दोनों आरोपियों को गिरफ्तार किया है और एक सीसीटीवी फुटेज भी गोवा पुलिस की तरफ से आधार बनाया गया कि उनको कोई सिंथेटिक केमिकल से पिलाया जा रहा था, तो इसको भी इन्होंने आधार माना। इनका कहना है कि वो शुरू से ही संदिग्ध थे। हालांकि 1 साल पहले का भी इन्होंने जिक्र किया कि 1 साल पहले हिसार के संत नगर में एक चोरी हुई थी, उसमें भी सुधीर सांगवान शामिल था। और सोनाली फोगाट ने फोन करके हमारी रिंकू फोगाट से बात हुई, जो सोनाली फोगाट का छोटा भाई है। उसने कहा कि उसकी मां को सोनाली फोगाट ने फोन करके कहा था कि वो इन सबके खिलाफ आके हिसार में आके एफआईआर दर्ज कराएगी, लेकिन उससे पहले ये हादसा हो गया। तो परिवार का कहना है कि अभी गोवा पुलिस जिस तरह से इन्वेस्टिगेशन कर रही है उससे उन्हें उम्मीद जगी है कि इस मामले में निष्पक्ष कार्रवाई होगी और जो भी आरोपी हैं सुधीर और सुखविंदर के अलावा उनको भी जल्द सलाखों के पीछे भेजा जाएगा। ठीक है तरिंदर, फिलहाल ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਧੰਨਵਾਦ। ਸੋ ਸੋਨਾਲੀ ਦੀ ਮੌਤ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੈ। ਸਿੱਧੇ ਤੌਰ ਤੇ ਹੁਣ ਕਿਤੇ ਨਾ ਕਿਤੇ ਇੱਕ ਕਤਲ ਦਾ ਮਾਮਲਾ ਨਜ਼ਰ ਆ ਰਿਹਾ ਹੈ, ਜੋ ਕਿ ਆਈਜੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ। ਆਈਜੀ ਦਾ ਕਹਿਣਾ ਹੈ ਕਿ ਸੋਨਾਲੀ ਨੂੰ ਕੁਝ ਪਿਆ ਗਿਆ ਸੀਗਾ। ਪੁਲਿਸ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਦੇ ਵੱਲੋਂ ਦਰਅਸਲ ਇਹ ਵੱਡਾ ਖੁਲਾਸਾ ਕੀਤਾ ਗਿਆ ਤੇ ਦੋਵੇਂ ਮੁਲਜ਼ਮਾਂ ਦੀ ਹੁਣ ਗ੍ਰਿਫਤਾਰੀ ਵੀ ਦਿਖਾਈ ਗਈ ਹੈ। ਪੀਏ ਸੁਧੀਰ सांगवान ਤੇ ਸੁਰਿੰਦਰ सांगवान ਨੂੰ ਪੁਲਿਸ ਦੇ ਵੱਲੋਂ ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਦੋਵਾਂ ਤੇ ਹੀ ਸੋਨਾਲੀ ਦੇ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ। ਪਹਿਲਾਂ ਹੀ ਕਿਤੇ ਨਾ ਕਿਤੇ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਸੀ, ਤਾਂ ਹੁਣ ਸਾਫ਼ ਤੌਰ ਤੇ ਜੋ ਮੁੱਢਲੀ ਜਾਂਚ ਦੇ ਵਿੱਚ ਖੁਲਾਸਾ ਹੋਇਆ, ਕਤਲ ਦਾ ਮਾਮਲਾ ਨਜ਼ਰ ਆ ਰਿਹਾ ਹੈ। तो सोनाली फोगाट की मौत के मामले ਦੇ ਵਿੱਚ ਵੱਡਾ ਖੁਲਾਸਾ ਹੋਇਆ। सोनाली फोगाट ਨੂੰ ਜ਼ਬਰਨ ਡਰਗ ਦਿੱਤਾ ਗਿਆ ਸੀਗਾ।
ਗੋਆ ਪੁਲਿਸ ਦੇ ਆਈਜੀ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸੋਨਾਲੀ ਨੂੰ ਕੁਝ ਪਿਆ ਗਿਆ ਸੀਗਾ। ਪੁਲਿਸ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਦੇ ਵੱਲੋਂ ਦਰਅਸਲ ਇਹ ਵੱਡਾ ਖੁਲਾਸਾ ਕੀਤਾ ਗਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਮੁਲਜ਼ਮਾਂ ਦਾ ਨਾਮ ਹੈ ਜਿਹੜੇ ਕਿ ਸੋਨਾਲੀ ਫੁਗਾੜ ਦੇ ਪੀਏ ਨੇ, ਸੁਧੀਰ ਸਾਂਗਵਾਨ ਤੇ ਸੁਖਿੰਦਰ ਸਾਂਗਵਾਨ। ਇਹਨਾਂ ਦੋਵਾਂ ਦੀ ਗ੍ਰਿਫਤਾਰੀ ਵੀ ਵਿਖਾ ਦਿੱਤੀ ਗਈ ਹੈ। ਹੁਣ ਟੈਕਸੀ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਪੂਰੇ ਮਾਮਲੇ ਦੇ ਵਿੱਚ। ਆਈਜੀ ਦਾ ਕਹਿਣਾ ਹੈ ਕਿ ਪਾਰਟੀ ਦੀ ਜਿਹੜੀ ਵੀਡੀਓ ਪਿਛਲੇ ਦਿਨੀ ਸਾਹਮਣੇ ਆਈ ਹੈ, ਉਸ ਵੀਡੀਓ ਦੀ ਵੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇੱਕ ਇੱਕ ਕਰਕੇ ਹੁਣ ਜਿਹੜੀਆਂ ਪਰਤਾਂ ਉਜਾਗਰ ਹੋ ਰਹੀਆਂ ਨੇ ਪੂਰੇ ਮਾਮਲੇ ਦੇ ਵਿੱਚ। ਹਾਲਾਂਕਿ ਪਹਿਲਾਂ ਇਹ ਦੱਸਿਆ ਗਿਆ ਕਿ ਹਾਰਟ ਅਟੈਕ ਦੇ ਕਾਰਨ ਗੋਆ ਦੇ ਵਿੱਚ ਸੋਨਾਲੀ ਫੁਗਾੜ ਦੀ ਮੌਤ ਹੋਈ ਹੈ ਤੇ ਹੁਣ ਜੋ ਮੁੱਢਲੀ ਜਾਂਚ ਦੇ ਵਿੱਚ ਸਭ ਕੁਝ ਸਾਹਮਣੇ ਆ ਰਿਹਾ ਹੈ ਉਸ ਤੋਂ ਬਿਲਕੁਲ ਜੋ ਸ਼ੁਰੂਆਤ ਦੇ ਵਿੱਚ ਕਿਹਾ ਜਾ ਰਿਹਾ ਉਸ ਤੋਂ ਬਿਲਕੁਲ ਇਹ ਮਾਮਲਾ ਉਲਟ ਨਜ਼ਰ ਆ ਰਿਹਾ। ਕਿਤੇ ਨਾ ਕਿਤੇ ਕਤਲ ਦਾ ਮਾਮਲਾ ਸਾਫ਼ ਤੌਰ ਤੇ ਵੇਖਣ ਨੂੰ ਮਿਲ ਰਿਹਾ ਕਿਉਂਕਿ ਸੋਨਾਲੀ ਫੁਗਾੜ ਦੇ ਭਰਾ ਵੱਲੋਂ, ਪਰਿਵਾਰ ਦੇ ਵੱਲੋਂ ਪਹਿਲਾਂ ਹੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਸਨ ਪੀਏ ਤੇ। हमारे साथ है रिंकू, आपको क्यों लग रहा था कि ये मर्डर है? मर्डर तो ये हमें तो क्लियर था जी, क्योंकि हमारी लास्ट नाइट सोनाली जी से बात हुई, मेरी मदर की, मेरी 2 बहनें और मेरे जीजा जी की, जिसमें उन्होंने क्लियर बताया था कि मेरे खाने में कुछ मिला दिया गया है और मेरे साथ में सुधीर सांगवान और सुखविंदर है, तो ये मेरे साथ कुछ भी गलत कर सकते हैं और इस चीज़ का अंदेशा था। और इन्होंने एक बात और बताई, जिस तरह फरवरी 2021 में एक संत नगर हिसार में सोनाली जी के घर में एक चोरी हुई थी 35-40 लाख रुपए की, तो उसमें सुधीर सांगवान और उसके दोस्त इन्वॉल्व थे, ऐसा सोनाली जी ने हमें बताया। और उन्होंने बताया कि कल मैं वहाँ से हिसार से चलूँगी और आते ही इस पर पुलिस कार्रवाई करवाऊँगी। इससे पहले भी सुधीर की कोई गतिविधि इस तरह से संदिग्ध लगी आप लोगों को? खाने पीने के बारे में तो 2.5-3 महीने से लगातार यही चीज़ें आ रही थी सामने। जिस तरह वो हर बार, जिस तरह मेरी माता जी से बात होती है, घर में किसी फैमिली मेम्बर से बात होती तो बार बार यही चीज़ें रिपीट करती थी कि सुबह का खाना जो है वो खाने के बाद में कोई दिक्कत नहीं होती है, हेल्दी रहते हैं, सब कुछ ठीक है। लेकिन शाम का खाना जो भी है, जब भी खाती हूँ तो मेरे को मेरे हाथ पांव सुन्न हो जाते हैं, हाथ पांव जवाब देने लग जाते हैं और जिस तरह बिस्तर पे, बेड पे एक बार लेट गई तो उठने की हिम्मत नहीं रहती। तो शुरू में गोवा पुलिस की इन्वेस्टिगेशन पे भी आशंका थी कि सही ढंग से इन्वेस्टिगेशन नहीं, अब संतुष्ट हैं आप? शुरुआत में तो हम अपनी FIR दर्ज करवाना चाहते थे, लेकिन गोवा पुलिस प्रशासन ने कहा कि हमारा यहाँ पर जो है रूल फॉलो, हम अपने हिसाब से अलग है सिस्टम। पहले मेडिकल रिपोर्ट होगी और उसके बेस पे FIR दर्ज होगी और वो उसी के बेस पे मेडिकल हुआ, मेडिकल के बेस पे ही FIR दर्ज हुई। एक आखिरी सवाल, ये कोई राजनीतिक साजिश तो नहीं लग रही आप लोगों को? ये अब गोवा पुलिस प्रशासन के ऊपर है, वो कितने गहराई तक इंक्वायरी करते हैं तो उसमें सब कुछ दूध का दूध और पानी का पानी हो जाएगा। उधर सोनाली फुगाड़ मामले ਦੇ ਵਿੱਚ ਮੁਲਜ਼ਮ ਸੁਖਵਿੰਦਰ ਦਾ ਪਰਿਵਾਰ ਵੀ ਸਾਹਮਣੇ ਆਇਆ। ਪਰਿਵਾਰ ਨੇ ਸੁਖਵਿੰਦਰ ਸਾਂਗਵਾਨ ਨੂੰ ਬੇਕਸੂਰ ਦੱਸਿਆ। ਸੋਨਾਲੀ ਦੀ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਪਰਿਵਾਰ ਨੇ ਮੰਗ ਕੀਤੀ ਹੈ। ਸੁਖਵਿੰਦਰ ਨੂੰ ਸਿਆਸੀ ਸਾਜ਼ਿਸ਼ ਦੇ ਤਹਿਤ ਫਸਾਉਣ ਦੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ। ਬਿਜ਼ਨਸ ਦੇ ਮਾਮਲੇ ਦੇ ਵਿੱਚ ਸਿਆਸੀ ਲੋਕਾਂ ਨੂੰ ਸੁਖਵਿੰਦਰ ਮਿਲਦੇ ਰਹਿੰਦੇ ਨੇ। ਸੁਖਵਿੰਦਰ ਦੀ ਪਤਨੀ ਦਾ ਇਹ ਬਿਆਨ ਸਾਹਮਣੇ ਆਇਆ। ਉੱਥੇ ਸੁਖਵਿੰਦਰ ਦੀ ਪਤਨੀ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਬਾਰੇ ਇਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਬਾਰੇ ਜਾਣਦੇ ਹਾਂ। ਸੁਖਵਿੰਦਰ ਅਕਸਰ ਅਜਿਹੀਆਂ ਪਾਰਟੀਆਂ ਦੇ ਵਿੱਚ ਜਾਂਦੇ ਨੇ। हत्या तो बहुत दूर की बात है, वो किसी को नुकसान पहुंचाने की सोचता भी नहीं है। ये तो हत्या का बहुत बड़ा मामला उस पर आया है, तो सुखविंदर ऐसा कुछ नहीं कर सकता। आपकी बात हुई होगी? हाँ, सुखविंदर से मेरी कल सुबह बात हुई थी। जैसे ही हमारे सामने ये न्यूज़ आई है मैंने उससे बात की है। उसने बहुत आराम से, स्ट्रेस फ्री मेरे को बताया है कि ऐसा कुछ भी नहीं है और मैं घर जल्दी आ जाऊँगा और घबराने की कोई बात नहीं, मेरा इसमें कोई इन्वॉल्वमेंट नहीं है किसी भी तरह। मामला तो ऐसा है जी, बेरा परसों शाम ने बैठा है पास का, यानी कि किसी ने काम के बताई ये कौन फलना को पड़ा रही थी। फिर बेरा पड़ने के बाद में हमने उसके पास फ़ोन किया, पूछा, बोला मैं तो बम्बई के लिए जा रहा हूँ। यहाँ के ऊपर बम्बई का नाम लिया उसने, बम्बई जा रहा हूँ। और ये सब बात है, ये फंसाने वाली है, हमारा लड़का ऐसा नहीं है। सोने का तुम्हारे कोई लेनो देनो नहीं था, कोई हमारा बात नहीं थी, कोई हमारी दुश्मनाई नहीं थी। मेरे बेटो गलत फंसा से, मेरे बेटो इस तरह का करते भी नहीं। 4 भैया बाड़ा को 22 से बीरबली से उसका बाप और माँ उसका सारा तक कदे भी छोटी हरकत नहीं करी। बेटो बिजनेस कर दो, माँ हो वो तुम करूँगा और अपने बेटा अपना सब किन से कर से।
ਅੱਗੇ ਵਧਾਂਗੇ ਤੇ ਗੱਲ ਕਰਾਂਗੇ ਮੂਸੇਵਾਲਾ ਕਤਲ ਮਾਮਲੇ ਦੀ। ਮੂਸੇਵਾਲਾ ਕਤਲ ਕਾਂਡ ਦੇ ਵਿੱਚ ਥੋੜੀ ਦੇਰ ਦੇ ਵਿੱਚ ਚਾਰਜਸ਼ੀਟ ਦਾਖਲ ਹੋਵੇਗੀ। 24 ਮੁਲਜ਼ਮਾਂ ਦੇ ਖਿਲਾਫ ਚਲਾਨ ਪੇਸ਼ ਕੀਤਾ ਜਾਵੇਗਾ। ਵਿਦੇਸ਼ ਦੇ ਵਿੱਚ ਬੈਠੇ 4 ਗੈਂਗਸਟਰਾਂ ਦੇ ਨਾਮ ਵੀ ਸ਼ਾਮਲ ਨੇ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਵਿਦੇਸ਼ ਦੇ ਵਿੱਚ ਬੈਠੇ 4 ਗੈਂਗਸਟਰਾਂ ਦੇ ਨਾਮ ਵੀ ਸ਼ਾਮਲ ਨੇ। ਚਾਰਜਸ਼ੀਟ ਦੇ ਵਿੱਚ 4 ਗੈਂਗਸਟਰਾਂ ਦਾ ਵੀ ਜ਼ਿਕਰ ਕੀਤਾ ਗਿਆ। ਪੁਲਿਸ ਨੇ ਕੁੱਲ 36 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। 36 ਦੇ ਵਿੱਚੋਂ 24 ਦੇ ਖਿਲਾਫ ਚਲਾਨ ਪੁਲਿਸ ਦੇ ਵੱਲੋਂ ਪੇਸ਼ ਕੀਤਾ ਜਾਵੇਗਾ। ਸੋ ਮੂਸੇਵਾਲਾ ਕਤਲकांड ਨੂੰ ਲੈ ਕੇ ਥੋੜੀ ਦੇਰ ਦੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਹ ਸਾਫ਼ ਹੋਵੇਗਾ ਕਿ ਆਖਿਰਕਾਰ ਕਿਹੜੇ-ਕਿਹੜੇ ਤੱਥਾਂ ਦਾ ਜ਼ਿਕਰ ਹੈ, ਕਿਹੜੇ-ਕਿਹੜੇ ਚਾਰਜ ਲੱਗੇ ਨੇ ਤੇ ਕਿਹੜੇ-ਕਿਹੜੇ ਮੁਲਜ਼ਮਾਂ ਦਾ ਨਾਮ ਹੈ ਇਸ ਚਾਰਜਸ਼ੀਟ ਦੇ ਵਿੱਚ। ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਵਿਦੇਸ਼ ਦੇ ਵਿੱਚ ਬੈਠੇ 4 ਗੈਂਗਸਟਰਾਂ ਦੇ ਨਾਮ ਵੀ ਸ਼ਾਮਲ ਨੇ ਤੇ 24 ਮੁਲਜ਼ਮਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਫਿਲਹਾਲ ਚਲਾਨ ਪੇਸ਼ ਕੀਤਾ ਜਾਵੇਗਾ। ਦੱਸ ਦੇ ਕਿ 29 ਮਈ ਦਾ ਇਹ ਪੂਰਾ ਮਾਮਲਾ ਹੈ। 29 ਮਈ ਨੂੰ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀਗਾ ਸ਼ਾਰਪ ਸ਼ੂਟਰਾਂ ਦੇ ਵੱਲੋਂ ਪਿੰਡ ਜਵਾਰਕੇ ਦੇ ਵਿੱਚ, ਪਰਿਵਾਰ ਦੇ ਨੂੰ ਲਗਾਤਾਰ ਹਜੇ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਨਸਾਫ ਅਜੇ ਵੀ ਅਧੂਰਾ। ਦੂਜੇ ਪਾਸੇ ਗੱਲ ਐਕਸ਼ਨ ਦੀ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਇਸੇ ਮਾਮਲੇ ਦੇ ਵਿੱਚ ਥੋੜੀ ਦੇਰ ਦੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਜਾਵੇਗੀ। 24 ਮੁਲਜ਼ਮਾਂ ਦੇ ਖਿਲਾਫ ਚਲਾਨ ਪੇਸ਼ ਕੀਤਾ ਜਾਵੇਗਾ। ਵਿਦੇਸ਼ ਦੇ ਵਿੱਚ ਬੈਠੇ 4 ਗੈਂਗਸਟਰਾਂ ਦੇ ਨਾਮ ਇਸ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ। ਸੂਤਰਾਂ ਦੇ ਹਵਾਲੇ ਤੇ ਖਬਰ ਹੈ ਪੁਲਿਸ ਨੇ ਕੁੱਲ 36 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ, ਜਿਨ੍ਹਾਂ ਦੇ ਵਿੱਚੋਂ 24 ਦੇ ਖਿਲਾਫ ਚਲਾਨ ਪੁਲਿਸ ਦੇ ਵੱਲੋਂ ਪੇਸ਼ ਕੀਤਾ ਜਾਵੇਗਾ। ਥੋੜੀ ਦੇਰ ਦੇ ਵਿੱਚ ਚਾਰਜਸ਼ੀਟ ਪੁਲਿਸ ਦੇ ਵੱਲੋਂ ਦਾਖਲ ਕੀਤੀ ਜਾਵੇਗੀ। ਸੋ ਗੁਨਾਹਗਾਰ ਕਿਹੜੇ-ਕਿਹੜੇ ਤੁਹਾਨੂੰ ਇੱਕ ਇੱਕ ਕਰਕੇ ਉਹ ਵੀ ਦਿਖਾ ਰਹੇ ਹਾਂ, ਜਿਨ੍ਹਾਂ ਨੂੰ ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਲਗਾਤਾਰ। ਮਨਪ੍ਰੀਤ ਸਿੰਘ, ਜਗਰੂਪ ਰੂਪਾ, ਇਹਨਾਂ ਦੋਵਾਂ ਗੈਂਗਸਟਰਾਂ ਦਾ ਸ਼ਾਰਪ ਸ਼ੂਟਰਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀਗਾ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਕੇਕੜੇ ਦੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ। ਅੰਕਿਤ ਸੇਰਸਾ, ਉਸ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ। ਪ੍ਰਿਆ ਵਰਤ ਫੌਜੀ, ਸਚਿਨ ਭਿਵਾਨੀ, ਹੁਣ ਤੱਕ ਜਿਹੜਾ ਵੀ ਐਕਸ਼ਨ ਹੋਇਆ ਜਿਨ੍ਹਾਂ ਦਾ ਜ਼ਿਕਰ ਇਸ ਚਾਰਜਸ਼ੀਟ ਦੇ ਵਿੱਚ, ਜਿਨ੍ਹਾਂ ਦੇ ਖਿਲਾਫ ਅੱਜ ਚਾਰਜਸ਼ੀਟ ਦਾਖਲ ਕੀਤੀ ਜਾ ਰਹੀ, ਉਹਨਾਂ ਦੇ ਕਿਹੜੇ-ਕਿਹੜੇ ਮੁਲਜ਼ਮ ਨੇ ਤੁਹਾਨੂੰ ਉਹਨਾਂ ਤੋਂ ਵੀ ਵਾਕਿਫ ਕਰਵਾ ਰਹੇ ਹਾਂ। ਕੇਸ਼ਵ ਹੈ, ਇਸ ਤੋਂ ਇਲਾਵਾ ਕਸ਼ਿਸ਼ ਹੈ। ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ, ਇਹਨਾਂ ਦਾ ਜ਼ਿਕਰ ਚਾਰਜਸ਼ੀਟ ਦੇ ਵਿੱਚ ਵੀ ਹੈ। ਹਾਲਾਂਕਿ ਜਦੋਂ ਚਾਰਜਸ਼ੀਟ ਦਾਖਲ ਕੀਤੀ ਜਾਵੇਗੀ ਹੋਰ ਵੀ ਸਥਿਤੀ ਜਿਹੜੀ ਉਹ ਸਾਫ਼ ਹੋਵੇਗੀ। ਮਨਮੋਹਨ ਮੋਹਨਾ, ਇਸ ਤੋਂ ਇਲਾਵਾ ਦੀਪਕ ਟੀਨੂ ਹੈ। ਇਸੇ ਮਾਮਲੇ ਦੇ ਵਿੱਚ, ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ। ਇਹਨਾਂ ਤੇ ਗੰਭੀਰ ਇਲਜ਼ਾਮ ਲੱਗਦੇ ਨੇ। ਦੀਪਕ ਮੁੰਡੀ ਅਜੇ ਫਰਾਰ ਹੈ। ਇਸ ਤੋਂ ਇਲਾਵਾ ਮਨਪ੍ਰੀਤ ਪਾਊ, ਜਿਸ ਨੂੰ ਕਿਸੇ ਮਾਮਲੇ ਦੇ ਵਿੱਚ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀਗਾ। ਸੋ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਇਹ ਲਗਾਤਾਰ ਇਹਨਾਂ ਨੂੰ ਪ੍ਰੋਡਕਸ਼ਨ ਫਰੰਟ ਤੇ ਲਿਆਂਦਾ ਗਿਆ ਪੰਜਾਬ। ਇਹਨਾਂ ਤੋਂ ਵੀ ਲਗਾਤਾਰ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਚਾਰਜਸ਼ੀਟ ਤਿਆਰ ਹੋ ਚੁੱਕੀ ਹੈ। ਮੂਸੇਵਾਲਾ ਕਤਲकांड ਦੇ ਵਿੱਚ ਜਿਹੜੇ ਸਬੂਤ ਨੇ, ਕਾਤਲਾਂ ਦੀ ਸੀਸੀਟੀਵੀ ਫੁਟੇਜ, ਇਸ ਦੇ ਵਿੱਚ ਥਾਰ ਤੇ ਬਲੱਡ ਸੈਂਪਲ ਹੈ। 40 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਨੇ। ਥਾਰ ਦੇ ਵਿੱਚ ਮੌਜੂਦ ਦੋਵੇਂ ਦੋਸਤ ਵੀ ਇਸ ਦੇ ਵਿੱਚ ਗਵਾਹ ਨੇ। ਉਸ ਤੋਂ ਇਲਾਵਾ ਕਾਤਲਾਂ ਦੀ ਸੀਸੀਟੀਵੀ ਫੁਟੇਜ ਨੂੰ ਆਧਾਰ ਬਣਾਇਆ ਗਿਆ। ਕਾਤਲਾਂ ਦੀਆਂ ਗੱਡੀਆਂ, ਕਾਤਲਾਂ ਤੋਂ ਬਰਾਮਦ ਹਥਿਆਰ, ਫੋਰੈਂਸਿਕ ਤੇ ਪੋਸਟਮਾਰਟਮ ਰਿਪੋਰਟ ਹੈ। ਇਹ ਮੁੱਖ ਤੌਰ ਤੇ ਇਹ ਚਾਰਜਸ਼ੀਟ ਦੇ ਪਿੱਛੇ ਜਿਹੜੀ ਹੈ ਤਰਕ ਨੇ, ਆਧਾਰ ਨੇ, ਜਿਹੜੇ ਪੂਰੇ ਮਾਮਲੇ ਦੇ ਵਿੱਚ, ਪੂਰੀ ਜਾਂਚ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਆਧਾਰ ਬਣਾਇਆ ਗਿਆ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ। ਮਨੋਜ, ਕੀ ਕੋ ਜਾਣਕਾਰੀ ਹੈ, ਕਦੋਂ ਤੱਕ ਇਹ ਚਾਰਜਸ਼ੀਟ ਦਾਖਲ ਹੋਵੇਗੀ, ਕੀ ਕੋ ਜਾਣਕਾਰੀ ਹੈ, ਕਿਹੜੇ-ਕਿਹੜੇ ਅਹਿਮ ਤੱਥ ਨੇ, ਕਿਹੜੇ-ਕਿਹੜੇ ਮੁਲਜ਼ਮਾਂ ਦਾ ਇਸ ਦੇ ਵਿੱਚ ਜ਼ਿਕਰ ਹੈ? ਦੇਖੋ ਪ੍ਰਵਿੰਦਰ, ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਕਿ ਥੋੜੀ ਦੇਰ ਤੱਕ ਇਹ ਜਿਹੜੀ ਚਾਰਜਸ਼ੀਟ ਹੈ ਉਹ ਕੋਰਟ 'ਚ ਜਾਏਗੀ। ਲੇਕਿਨ ਇਸ ਤੋਂ ਪਹਿਲਾਂ ਨਿਊਜ਼ 18 ਕੋਲ ਜਿਹੜੀ ਜਾਣਕਾਰੀ ਹੈ, ਪੁਖਤਾ ਜਾਣਕਾਰੀ ਹੈ ਕਿ ਇਹਦੇ ਵਿੱਚ 36 ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਤੇ ਬੜੀ ਜਿਹੜੀ ਆਥੈਂਟਿਕ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਹਦੇ ਵਿੱਚ 4 ਜਿਹੜੇ ਗੈਂਗਸਟਰ ਨੇ ਉਹ ਬਾਹਰ ਦੇ ਨੇ, ਯਾਨੀ ਕਿ ਵਿਦੇਸ਼ 'ਚ ਜਿਹੜੇ ਬੈਠੇ ਨੇ, ਜਿਹਦੇ ਵਿੱਚ ਅਨਮੋਲ ਬਿਸ਼ਨੋਈ, ਸਚਿਨ ਥਾਪਨ, ਗੋਲਡੀ ਬਰਾੜ ਤੇ ਲਿਪਿਨ ਨਹਿਰਾ ਦਾ ਇਹਦੇ ਵਿੱਚ ਨਾਂ ਜਿਹੜਾ ਹੈ ਉਹ ਸ਼ਾਮਿਲ ਹੈ। ਇਹ 4 ਇਹਦੇ ਵਿੱਚ ਨਾਮਜ਼ਦ ਕੀਤੇ ਗਏ ਨੇ। ਤੇ ਹੁਣ ਲੇਟੈਸਟ ਜਿਹੜੇ 5 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਿਹਦੇ ਵਿੱਚ ਜਗਤਾਰ ਸਿੰਘ, ਜੀਵਨਜੋਤ ਸਿੰਘ, ਅਵਤਾਰ ਸਿੰਘ ਤੇ ਹੋਰ ਜਿਹੜੇ 2 ਕੰਵਰਪਾਲ ਗਰੇਵਾਲ ਤੇ ਜਿਹੜਾ ਉਹਨਾਂ ਦਾ ਜਿਹੜਾ ਸਾਥੀ ਹੈ ਮਿਊਜ਼ਿਕ ਇੰਡਸਟਰੀ ਦਾ ਪੰਦੇਰ, ਉਹਨਾਂ ਨੂੰ ਨਾਮਜ਼ਦ ਕੀਤਾ ਹੈ। ਉਹਦੇ ਫਾਦਰ ਦੀ ਜਿਹੜੀ ਕੰਪਲੇਂਟ ਹੈ, ਉਹਨਾਂ ਨੂੰ ਜਿਹੜੀ ਸ਼ਿਕਾਇਤ ਸੀਗਾ, ਉਹਨਾਂ ਦੇ ਕਹਿਣ ਤੇ ਇਹ ਨਾਮਜ਼ਦ ਕੀਤਾ ਗਿਆ। ਦੋਨੋਂ ਭਰਾ ਨੇ, ਪੜੋਸੀ ਨੇ, ਜਗਤਾਰ ਤੇ ਜੀਵਨਜੋਤ, ਉਹਨਾਂ ਨੂੰ ਨਾਮਜ਼ਦ ਕੀਤਾ ਹੈ ਉਹਨਾਂ ਦੇ ਫਾਦਰ ਦੇ ਕਹਿਣ ਤੇ। ਉਹਨਾਂ ਦੇ ਫਾਦਰ ਨੇ ਜਿਹੜੀ ਸ਼ਿਕਾਇਤ ਦਿੱਤੀ ਸੀ ਉਹਦੇ ਵਿੱਚ ਕਿਹਾ ਸੀ ਸਾਫ਼ ਤੌਰ ਤੇ ਕਿ ਸਾਨੂੰ ਰੈਕੀ ਕੀਤੀ ਗਈ ਹੈ, ਸਾਡੇ ਘਰ ਦੀ ਰੈਕੀ ਕੀਤੀ ਗਈ ਸੀ, ਸਾਡੇ ਨਾਲ ਲੜਾਈ ਝਗੜਾ ਹੋਇਆ ਸੀਗਾ, ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਕਰ ਰਹੀ ਸੀ। ਤੇ 36 ਅਕਿਊਜ਼ ਨੇ, 24 ਦੇ ਖਿਲਾਫ ਆ ਚਾਰਜਸ਼ੀਟ ਜਿਹੜੀ ਹੈ ਦਾਖਲ ਕੀਤੀ ਜਾ ਰਹੀ ਹੈ। ਇਹਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਜੱਗੂ ਭਗਵਾਨਪੁਰੀਆ, ਸ਼ਾਰਪ ਸ਼ੂਟਰ ਚ ਪ੍ਰਿਆ ਫੌਜੀ, ਮਨਪ੍ਰੀਤ ਪਾਊ, ਸਿਰਾਜ, ਕਈ ਇਹਦੇ ਵਿੱਚ ਨਾਂ ਜਿਹੜੇ ਅਕਿਊਜ਼ ਦੇ ਸ਼ਾਮਿਲ ਹੈ। ਇਸ ਤੋਂ ਇਲਾਵਾ ਹੁਣ ਤੱਕ ਦੀ ਜਿਹੜੀ ਜਾਣਕਾਰੀ, ਜਿਹੜੀ ਪੁਖਤਾ ਜਾਣਕਾਰੀ ਮਿਲ ਰਹੀ ਹੈ, 100 ਤੋਂ ਵੀ ਕਰੀਬ ਜਿਹੜੇ ਗਵਾਹ ਦੇ ਵਿੱਚ ਬਣਾਏ ਗਏ ਨੇ, ਜਿਹਦੇ ਵਿੱਚ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਤੋਂ ਇਲਾਵਾ ਉਹਦੇ ਜਿਹੜੇ 2 ਦੋਸਤ ਸੀਗੇ, ਪੋਸਟਮਾਰਟਮ ਜਿਹਨੇ ਕੀਤਾ ਜਿਹੜਾ ਡਾਕਟਰ, ਉਸ ਤੋਂ ਇਲਾਵਾ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਮੌਕੇ ਤੇ ਪਹੁੰਚੇ ਸੀ। ਇਸ ਤੋਂ ਬਾਅਦ ਚਸ਼ਮਦੀਦ ਜਿਹੜੇ ਪਿੰਡਾਂ 'ਚ ਉੱਥੇ ਜਿਹੜਾ ਜਵਾਰਕੇ ਪਿੰਡ ਹੋਇਆ ਸੀਗਾ, ਇਹ ਕਾਫੀ ਚੀਜ਼ਾਂ ਇਸ ਪੂਰੇ ਜਿਹੜੀ ਹੈਗੀ ਚਾਰਜਸ਼ੀਟ 'ਚ ਲਿਖੀ ਗਈ ਹੈ। ਤੇ ਕਹਿ ਸਕਦੇ ਹਾਂ ਕਿ ਚਲਾਨ ਹਜੇ ਪੇਸ਼
थोड़ी देर तक होना है, लेकिन पुख्ता जानकारी सिर्फ न्यूज़ 18 ਦੇ ਕੋਲ ਹੈ ਕਿ 36 ਐਕਿਊਜ਼ ਦੇ ਵਿੱਚ ਬਣਾਏ ਗਏ ਨੇ। ਪਰਮਜੀਤ ਜੀ ਠੀਕ ਹੈ ਮਨੋਜ, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਵੱਡੀ ਖਬਰ ਹੈ। ਥੋੜੀ ਦੇਰ ਦੇ ਵਿੱਚ ਇਸੇ ਮਾਮਲੇ ਦੇ ਵਿੱਚ ਚਾਰਜਸ਼ੀਟ ਪੁਲਿਸ ਦੇ ਵੱਲੋਂ ਦਾਖਲ ਕੀਤੀ ਜਾਵੇਗੀ। ਜੋ ਹੁਣ ਤੱਕ ਜਾਣਕਾਰੀ ਜੋ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਆਪਣੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾ ਰਿਹਾ ਹੈ। ਖਬਰ ਹੈ ਕਿ 24 ਮੁਲਜ਼ਮਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕੀਤਾ ਜਾਵੇਗਾ। ਸੂਤਰਾਂ ਦੇ ਹਵਾਲੇ ਤੇ ਵੀ ਖਬਰ ਹੈ ਕਿ ਵਿਦੇਸ਼ ਦੇ ਵਿੱਚ ਬੈਠੇ 4 ਗੈਂਗਸਟਰਾਂ ਦੇ ਨਾਮ ਇਸ ਦੇ ਵਿੱਚ ਸ਼ਾਮਲ ਨੇ। रुख करते हैं अगली वड्डी खबर दा। सरकार ने दुध उत्पादकों ਦੀਆਂ ਮੰਗਾਂ ਮੰਨ ਲਈਆਂ ਨੇ। ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਸਹਿਮਤੀ ਬਣ ਗਈ ਹੈ। ਸੀਐਮ ਮਾਨ ਦੇ ਨਾਲ ਮੀਟਿੰਗ ਦੇ ਵਿੱਚ ਦਰਅਸਲ ਸਹਿਮਤੀ ਬਣੀ ਹੈ। 15 ਸਤੰਬਰ ਤੱਕ ਬਕਾਇਆ ਰਾਸ਼ੀ ਦਾ ਭੁਗਤਾਨ ਹੋ ਜਾਵੇਗਾ, ਇਹ ਵੀ ਭਰੋਸਾ ਦਿੱਤਾ ਗਿਆ ਹੈ। ਲੰਪੀ ਸਕਿਨ ਨੂੰ ਲੈ ਕੇ ਵੀ ਮੀਟਿੰਗ ਦੇ ਵਿੱਚ ਚਰਚਾ ਹੋਈ। ਸਰਵੇ ਕਰਵਾ ਕੇ ਰਿਪੋਰਟ ਕੇਂਦਰ ਨੂੰ ਸਰਕਾਰ ਦੇ ਵੱਲੋਂ ਭੇਜੀ ਜਾਵੇਗੀ। ਕਿਸਾਨਾਂ ਨੇ ਧਰਨਾ ਖਤਮ ਕਰਨ ਦੇ ਵੀ ਸੰਕੇਤ ਦਿੱਤੇ ਨੇ। ਸਰਕਾਰ ਨੇ ਦੁੱਧ ਉਤਪਾਦਕਾਂ ਦੀਆਂ ਮੰਗਾਂ ਮੰਨ ਲਈਆਂ ਨੇ, ਕਿਉਂਕਿ ਲਗਾਤਾਰ ਇਸ ਨੂੰ ਲੈ ਕੇ लगातार मंग की जा रही दुध उत्पादकों के वालों ते सरकार ते किसानों के विचाले। उस तो बाद मीटिंग होंदी है ते मीटिंग दे विच ये सहमति बनी है। सीएम मान दे नाल मीटिंग दे विच सहमति बनी है कि 15 सितंबर तक बकाया राशि का भुगतान हो जाएगा। लंपी स्किन जिहड़ा कि लगातार कहर जारी है, लंपी स्किन बीमारी का उसनूं लैके भी मीटिंग दे विच चर्चा हुई है। ਜਿਹੜੀਆਂ ਸਾਡੇ ਮੰਗਾਂ ਬਾਰੇ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਹੋ ਗਈ ਹੈ ਜੀ ਸਾਰੀ। ਉਹ ਮੇਨ ਦੁੱਧ ਦੇ ਰੇਟਾਂ ਦੀ ਸੀ, ਉਹ ਵੀ ਹੋ ਗਈ ਆ। ਲੰਪੀ ਸਕਿਨ ਬਾਰੇ ਵੀ ਹੋ ਗਈ ਆ ਤੇ ਅਡਲਟ੍ਰੇਸ਼ਨ ਬਾਰੇ ਵੀ ਹੋ ਗਈ ਆ। ਇਹ ਤਿੰਨੇ ਤੇ ਉਹਨਾਂ ਦੀ ਰਿਲੀਜ਼ ਆ ਜੂਗੀ। ਪਰ ਜਿਹੜਾ ਅਸੀਂ ਸਾਰੀ ਜਾਣਕਾਰੀ ਆਪਣੇ ਸਾਥੀਆਂ ਨਾਲ ਸਲਾਹ ਕਰਕੇ, ਕਿਉਂਕਿ ਸਾਰੇ ਜਿਹੜੇ ਕਿਸਾਨ ਉੱਥੇ ਆ ਕੇ ਬੈਠੇ ਆ, ਉਹ ਸਾਡੇ ਕਹਿਣ ਤੇ ਟਰੈਕਟਰ ਟਰਾਲੀਆਂ ਨਾਲ ਬੱਚੇ ਵੀ ਆਏ ਹੋਏ ਆ। ਅਸੀਂ ਉੱਥੇ ਜਾ ਕੇ ਆਪਣੀ ਸਾਰੀ ਕਮੇਟੀ ਨਾਲ ਗੱਲ ਕਰਕੇ 4 ਵਜੇ ਅਸੀਂ ਪ੍ਰੈਸ ਕਾਨਫਰੰਸ ਰੱਖੀ ਆਪਣੀ ਉੱਥੇ ਅੰਦੋਲਨ ਵਾਲੀ ਜਗ੍ਹਾ ਤੇ। ਉੱਥੇ ਅਸੀਂ ਡਿਟੇਲ 'ਚ ਜੋ ਉਹਦੀ ਸਲਾਹ ਕਰਾਂਗੇ ਫਿਰ ਉੱਥੇ ਦੱਸਾਂਗੇ। ਤੁਹਾਡੀ ਡਿਮਾਂਡ ਸੀਗੀ ਕੀ? ਇੱਕ ਤਾਂ ਲੰਪੀ ਸਕਿਨ ਨੂੰ ਮਹਾਮਾਰੀ ਐਲਾਨ ਕੀਤਾ ਜਾਵੇ, ਇੱਕ ਦੁੱਧ ਨੂੰ ਲੈ ਕੇ ਰੇਟ ਵਧਾਉਣ ਦਾ ਕੀ ਮੰਗ ਸੀਗੀ ਜਿਹੜੀ ਮੁੱਖ ਮੰਤਰੀ ਦੇ ਸਾਹਮਣੇ ਤੋਂ ਹੀ ਰੱਖੀ ਹੈ? ਇੱਕ ਤਾਂ 35 ਰੁਪਏ ਕਿਲੋ ਫੈਟ ਸੀਗੀ ਜੀ, ਵੀ ਜਿਹੜਾ ਉਹ ਦਿੱਤਾ ਜਾਵੇ, ਤੇ ਇੱਕ ਲੰਪੀ ਸਕਿਨ ਨੂੰ ਮਹਾਮਾਰੀ ਘੋਸ਼ਿਤ ਕੀਤਾ ਜਾਵੇ ਤੇ ਸਾਡੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਤੀਸਰੀ ਸਾਡੀ ਮੰਗ ਸੀ ਵੀ ਅਡਲਟ੍ਰੇਸ਼ਨ ਦੇ ਉੱਤੇ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਫਾਰਮਰਾਂ ਦਾ ਰੇਟ 5 ਤੋਂ 7 ਰੁਪਏ ਹੋਰ ਵੱਧ ਸਕਦਾ। ਉੱਥੇ ਗੱਲ ਕੀਤੀ ਗਈ ਆ, ਜਿਹੜੀ ਉਹਨਾਂ ਨੇ ਗੱਲ ਰੱਖੀ ਹੈ। ਅਸੀਂ ਆਪਣੇ ਲੋਕ ਜਿਹੜੇ ਸਾਡੇ ਬੰਦੇ ਉੱਥੇ ਬੈਠੇ ਆ ਅੰਦੋਲਨ ਦੇ ਵਿੱਚ, ਉਹਨਾਂ ਨਾਲ ਜਾ ਕੇ ਸਲਾਹ ਕਰਕੇ ਉੱਥੇ ਜਿਹੜੀ ਫਾਈਨਲਾਈਜ਼ ਕਰਾਂਗੇ। ਅਸੀਂ ਆਪ ਜਿਹੜੀ ਵੀ ਸਾਡਾ ਆਪਣਾ ਰਿਲੀਜ਼ ਕਰਨਾ ਚੱਕਣਾ ਹੈ ਜਾਂ ਨਹੀਂ ਚੱਕਣਾ, ਨਹੀਂ ਚੱਕਣਾ, ਉੱਥੇ ਫੈਸਲਾ ਹੋਊਗਾ। ਸਾਡੀਆਂ 2 ਜਥੇਬੰਦੀਆਂ ਨੇ ਉੱਥੇ ਲਾਇਆ, PDF ਦਾ ਮੋਰਚਾ ਸੀ, ਅਸੀਂ ਮਦਦ ਕੀਤੀ ਸੀ ਭਾਰਤੀ ਕਿਸਾਨ ਕਾਦੀਆਂ ਵੱਲੋਂ। ਉੱਥੇ ਜਾ ਕੇ ਅਸੀਂ ਆਪਣੇ ਬੰਦਿਆਂ ਨਾਲ ਵਿਚਾਰ ਕਰਕੇ ਫੈਸਲਾ ਉੱਥੇ ਸੁਣਾਵਾਂਗੇ 4 ਵਜੇ ਪ੍ਰੈਸ ਕਾਨਫਰੰਸ।